ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਮੈਂ ਸ਼ਹਿਨਾਜ਼ ਸਿੱਧੂ, ਸਰਕਾਰੀ ਹਾਈ ਸਕੂਲ ਗਿੱਦੜ, ਜ਼ਿਲ੍ਹਾ ਬਠਿੰਡਾ ਤੋਂ। ਅੱਜ ਬੇਟਾ ਆਪਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਪਾਠ 10 ਕੀੜੀ ਬਾਰੇ ਗੱਲ ਕਰਾਂਗੇ। ਇਹ ਇੱਕ ਕਵਿਤਾ ਹੈ ਬੇਟਾ। ਕਵਿਤਾ ਬਾਰੇ ਪੇਪਰ ਦੇ ਵਿੱਚ ਕੀ ਕੁਝ ਤੁਹਾਨੂੰ ਆਉਣਾ ਹੈ, ਪਹਿਲਾਂ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਇੱਕ ਤਾਂ ਪਿੱਛੋਂ ਅਭਿਆਸ ਦੇ ਵਿੱਚ ਦਰਜ ਪ੍ਰਸ਼ਨ ਉੱਤਰ, ਉਹ ਤੁਸੀਂ ਹੱਲ ਕਰਨੇ ਹੋਣਗੇ ਪੇਪਰ ਲਈ। ਦੂਸਰਾ, ਇਸ ਕਵਿਤਾ ਦੇ ਵਿੱਚੋਂ ਸਤਰਾਂ ਦਿੱਤੀਆਂ ਜਾਣਗੀਆਂ ਪੇਪਰ ਦੇ ਵਿੱਚ 2 ਜਾਂ 4, ਉਹਨਾਂ ਦੇ ਤੁਸੀਂ ਭਾਵ ਅਰਥ ਦੱਸਣੇ ਹੁੰਦੇ ਆ। ਭਾਵ ਅਰਥ ਦਾ ਮਤਲਬ ਹੈ ਕਿ ਕਵੀ ਨੇ ਕਵਿਤਾ ਲਿਖ ਦਿੱਤੀ, ਪਰੰਤੂ ਉਹਨੇ ਜੋ ਅੱਖਰ ਕਵਿਤਾ ਦੇ ਵਿੱਚ ਲਿਖੇ ਹੈ ਉਸ ਤੋਂ ਇਲਾਵਾ ਕੋਈ ਹੋਰ ਡੂੰਘਾ ਮਤਲਬ ਉਹਨਾਂ ਅੱਖਰਾਂ ਦੇ ਵਿੱਚ ਛਿਪਿਆ ਹੋਇਆ ਹੈ। ਅਸੀਂ ਆਪਣੀ ਸਮਝ ਦੇ ਅਨੁਸਾਰ ਉਸ ਮਤਲਬ ਨੂੰ ਲੱਭਣਾ ਤੇ ਉਹ ਦੱਸਣਾ। ਉਹ ਮੈਂ ਤੁਹਾਨੂੰ ਇਸ ਕਵਿਤਾ ਦੀਆਂ 2-2 ਸਤਰਾਂ ਪੜ੍ਹ ਕੇ ਉਹਨਾਂ ਭਾਵ ਅਰਥਾਂ ਬਾਰੇ ਦੱਸੂਗੀ। ਉਸ ਤੋਂ ਪਹਿਲਾਂ ਤੁਸੀਂ ਇਸ ਕਵਿਤਾ ਨੂੰ ਉੱਚੀ ਪੜ੍ਹਨਾ ਹੈ, ਲੈ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ। ਫਿਰ ਇਹਦੇ ਅਭਿਆਸ ਦੇ ਵਿੱਚ ਪਿੱਛੇ ਔਖੇ ਸ਼ਬਦਾਂ ਦੇ ਅਰਥ ਦਿੱਤੇ ਹੋਏ ਹੈ, ਤੁਸੀਂ ਔਖੇ ਸ਼ਬਦਾਂ ਦੇ ਅਰਥ ਪੜ੍ਹਨੇ ਹੈ। ਉਸ ਤੋਂ ਬਾਅਦ ਫਿਰ ਇਸ ਕਵਿਤਾ ਦਾ ਉਚਾਰਨ ਕਰਕੇ ਦੇਖਣਾ ਹੈ ਉੱਚੀ। ਬਹੁਤਾ ਤੁਹਾਨੂੰ ਭਾਵ ਅਰਥ ਆਪਣੇ ਆਪ ਹੀ ਸਮਝ ਆ ਜਾਣੇ ਹੈ, ਤਾਂ ਕੁਛ ਤੁਹਾਡੀ ਸਹੂਲਤ ਦੇ ਲਈ ਮੈਂ ਤੁਹਾਨੂੰ ਭਾਵ ਅਰਥ ਕਰਕੇ ਦੱਸਦੀ ਹਾਂ, ਸੁਣੋ ਧਿਆਨ ਨਾਲ। ਕੀੜੀ ਕੀੜੀ ਕਹਿ ਕੇ ਉਸਨੂੰ ਐਵੇਂ ਨਾ ਦੁਰਕਾਰੋ, ਕੀੜੀ ਭਾਵੇਂ ਨਿੱਕੀ ਦਿਸਦੀ ਪਰ ਉਸਨੂੰ ਸਤਿਕਾਰੋ। ਤਾਂ ਇਹਨਾਂ ਸਤਰਾਂ ਦੇ ਵਿੱਚ ਕਵੀ ਕੀੜੀ ਬਾਰੇ ਕਹਿੰਦਾ ਹੈ ਕਿ ਕੀੜੀ ਨੂੰ ਤੁਸੀਂ ਛੋਟੀ ਛੋਟੀ ਕਹਿ ਕੇ ਦੁਰਕਾਰੋ ਨਾ, ਉਸਨੂੰ ਮਾੜੀ ਨਾ ਕਹੋ ਕਿ ਇਹ ਤਾਂ ਨਿੱਕੀ ਜਿਹੀ ਦਿਸਦੀ ਹੈ, ਸਗੋਂ ਉਸਦਾ ਸਤਿਕਾਰ ਕਰੋ। ਨਾ ਉਸ ਦੇ ਵਿੱਚ ਮਾਸ ਹੈ ਲੱਗਦਾ, ਨਾ ਦਿਸਦੀ ਹੈ ਖੱਲ, ਨਿੱਕਾ ਨਿੱਕਾ ਤਨ ਹੈ ਉਸਦਾ, ਵੱਡੀ ਉਸਦੀ ਗੱਲ। ਜੇ ਅਸੀਂ ਕੀੜੀ ਨੂੰ ਦੇਖਦੇ ਹਾਂ ਤਾਂ ਇਉਂ ਲੱਗਦਾ ਹੈ ਕਿ ਨਾ ਤਾਂ ਇਹਦੇ ਵਿੱਚ ਕੋਈ ਮਾਸ ਹੈ, ਨਾ ਇਹਦੇ ਸਰੀਰ ਦੇ ਉੱਤੇ ਕੋਈ ਖੱਲ ਹੈ, ਛੋਟਾ ਜਿਹਾ ਇਹਦਾ ਸਰੀਰ ਹੈ, ਪਰ ਬੱਚਿਓ ਉਹ ਸਾਨੂੰ ਬਹੁਤ ਵੱਡੀ ਗੱਲ ਸਮਝਾਉਂਦੀ ਹੈ। ਨਾ ਕੁਝ ਸਾਨੂੰ ਬੋਲ ਸੁਣਾਵੇ, ਨਾ ਕੋਈ ਭਰੇ ਹੁੰਗਾਰਾ, ਪਰ ਉਸਦੇ ਨੇ ਕੰਮ ਅਜਿਹੇ ਧਿਆਨ ਜੋ ਖਿੱਚਣ ਸਾਰਾ। ਨਾ ਤਾਂ ਸਾਨੂੰ ਕਦੇ ਕੀੜੀ ਦੀ ਆਵਾਜ਼ ਸੁਣਦੀ ਹੈ, ਕੋਈ ਬੋਲ ਸੁਣਦਾ ਹੈ, ਨਾ ਹੀ ਸਾਨੂੰ ਇਉਂ ਲੱਗਦਾ ਹੈ ਕਿ ਕਿਸੇ ਗੱਲ ਦੇ ਵਿੱਚੋਂ ਕੋਈ ਹੁੰਗਾਰਾ ਭਰਦੀ ਹੈ, ਪਰ ਉਹਦੇ ਕੰਮ ਅਜਿਹੇ ਹੁੰਦੇ ਹੈ ਕਿ ਉਹ ਸਾਡਾ ਸਾਰਿਆਂ ਦਾ ਧਿਆਨ ਆਪਦੇ ਵੱਲ ਖਿੱਚਦੀ ਹੈ। ਇੱਕੋ ਤੋਰ ਤੁਰੀ ਹੋ ਜਾਵੇ ਬਸ ਅੱਗੇ ਤੋਂ ਅੱਗੇ, ਉਸਦਾ ਤੁਰਨਾ ਜੀਵਨ ਜਾਪੇ, ਖੜਨਾ ਮਰਨਾ ਲੱਗੇ। ਤਾਂ ਕੀੜੀ ਹੈ ਜਿਹੜੀ, ਜਦੋਂ ਵੀ ਅਸੀਂ ਉਸਨੂੰ ਦੇਖਦੇ ਹਾਂ ਬਸ ਉਹ ਅੱਗੇ ਤੋਂ ਅੱਗੇ ਤੁਰੀ ਜਾਂਦੀ ਹੈ। ਇਉਂ ਲੱਗਦਾ ਹੈ ਜਿਵੇਂ ਉਹਨੂੰ ਇਹ ਸੰਦੇਸ਼ ਮਿਲਿਆ ਹੋਇਆ ਹੈ ਕਿ ਤੁਰਨਾ ਹੀ ਜੀਵਨ ਹੈ, ਤੇ ਜੇ ਉਹ ਖੜ ਗਈ ਤਾਂ ਉਹਨੂੰ ਇਉਂ ਲੱਗਦਾ ਹੈ ਕਿ ਖੜਨ ਦੇ ਨਾਲ ਤਾਂ ਮੌਤ ਹੀ ਨਿਸ਼ਚਿਤ ਹੈ। ਹਰ ਵੇਲੇ ਹੀ ਕਿਸੇ ਕੰਮ ਵਿੱਚ ਉਹ ਰੁੱਝੀ ਹੈ ਰਹਿੰਦੀ, ਜੇ ਰੁੱਝ ਜਾਈਏ ਉਸਦੇ ਵਾਂਗੂ ਔਕੜ ਕੁਝ ਨਾ ਕਹਿੰਦੀ। ਤਾਂ ਇਹ ਕੀੜੀ ਹੈ ਜਿਹੜੀ ਉਹ ਹਰ ਵੇਲੇ ਆਪਣੇ ਕੰਮ ਦੇ ਵਿੱਚ ਹੀ ਰੁੱਝੀ ਰਹਿੰਦੀ ਹੈ। ਜੇ ਆਪਾਂ ਵੀ ਉਹਦੀ ਨਕਲ ਕਰਕੇ, ਉਹਦੀ ਰੀਸ ਕਰਕੇ ਕੰਮ ਦੇ ਵਿੱਚ ਰੁੱਝੇ ਹੀ ਰਹੀਏ ਤਾਂ ਸਾਨੂੰ ਵੀ ਕੋਈ ਮੁਸ਼ਕਲ ਹੈ ਜਿਹੜੀ ਉਹ ਰਾਹ ਰੋਕ ਕੇ ਨਹੀਂ ਖੜ ਸਕਦੀ। ਉਸਦਾ ਸਾਹਸ ਲਗਨ ਜਦ ਤੱਕੀਏ, ਜਿੰਦ ਨੂੰ ਆਏ ਹੁਲਾਰਾ, ਡਿੱਗਦਾ ਡਿੱਗਦਾ ਮਾਂਝੇ ਹੋ ਜਾਵੇ, ਫਿਰ ਤੋਂ ਹੋਏ ਕਰਾਰਾ। ਜੇ ਅਸੀਂ ਹੁਣ ਕੀੜੀ ਦਾ ਹੌਸਲਾ ਦੇਖਦੇ ਹਾਂ, ਉਹਦੀ ਲਗਨ ਦੇਖਦੇ ਹਾਂ, ਤਾਂ ਸਾਨੂੰ ਵੀ ਜਿਵੇਂ ਹੌਸਲਾ ਮਿਲਦਾ ਹੈ। ਜੇ ਸਾਡਾ ਮਨ ਹੈ ਜਿਹੜਾ ਉਹ ਡਿੱਗਿਆ ਹੋਵੇ, ਸਾਡਾ ਹੌਸਲਾ ਡਿੱਗਦਾ ਹੋਵੇ, ਤਾਂ ਇਉਂ ਲੱਗਦਾ ਹੈ ਉਹਨੂੰ ਦੇਖ ਕੇ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ ਤੇ ਅਸੀਂ ਵੀ ਫਿਰ ਤੋਂ ਚੁਸਤ ਹੋ ਜਾਂਦੇ ਹਾਂ। ਉਸਦੀ ਲੋੜ ਜਦੋਂ ਮੈਂ ਤੱਕੀ ਥੋੜੀ ਥੋੜੀ ਜਾਪੇ, ਬੰਦਿਆਂ ਵਾਂਗ ਨਾ ਧਰਤੀ ਨੂੰ ਉਹ ਗਿੱਠਾਂ ਦੇ ਵਿੱਚ ਨਾਪੇ। ਹੁਣ ਕੀੜੀ ਨੂੰ ਜਦੋਂ ਦੇਖਦੇ ਆਂ ਤਾਂ ਉਹਦੀ ਲੋੜ ਕੋਈ ਬਾਹਲੀ ਵੱਡੀ ਨਹੀਂ, ਛੋਟੀਆਂ ਛੋਟੀਆਂ ਉਹਦੀਆਂ ਲੋੜਾਂ। ਉਹ ਸਾਡੇ ਵਾਂਗੂ
ਧਰਤੀ ਤੇ ਆਪਦੀ ਮੇਰ ਨਹੀਂ ਜਤਾਉਂਦੀ। ਧਰਤੀ ਨੂੰ ਗਿੱਠਾਂ ਦੇ ਵਿੱਚ ਨਾਪ ਕੇ ਇਹ ਨਹੀਂ ਕਹਿੰਦੀ ਕਿ ਇੰਨੀ ਮੇਰੀ ਹੈ, ਇੰਨੀ ਮੇਰੀ ਹੈ, ਸਗੋਂ ਥੋੜੀ ਜਿਹੀ ਉਹਦੀ ਲੋੜ ਹੈ। ਇੱਕ ਇੱਕ ਕਰਕੇ ਦਲ ਬਣ ਜਾਂਦਾ ਭਾਰਾ, ਆਪਸ ਵਿੱਚ ਹੀ ਇੱਕ ਦੂਜੇ ਦਾ ਬਣਦੀਆਂ ਹੈਨ ਸਹਾਰਾ। ਹੁਣ ਇੱਕ ਇੱਕ ਕਰਕੇ ਕੀੜੀਆਂ ਇਕੱਠੀਆਂ ਹੁੰਦੀਆਂ ਜਾਂਦੀਆਂ ਨੇ, ਇਕੱਠੀਆਂ ਹੋ ਕੇ ਇਹਨਾਂ ਦਾ ਬਹੁਤ ਵੱਡਾ ਦਲ ਬਣ ਜਾਂਦਾ ਹੈ ਤੇ ਇਹ ਇੱਕ ਦੂਜੇ ਦਾ ਸਹਾਰਾ ਬਣਦੀਆਂ, ਲੋੜ ਸਮੇਂ ਇੱਕ ਦੂਸਰੇ ਦੇ ਨਾਲ ਖੜਦੀਆਂ। ਇੱਕ ਵਿਸ਼ਵਾਸ ਭਰੋਸਾ ਲੈ ਕੇ ਕੀੜੀ ਖੁੱਡ ਤੋਂ ਆਈ, ਖਾਂਦੇ ਖਾਂਦੇ ਜੋ ਕੁਝ ਬਚਿਆ ਉਸਦੀ ਪੰਡ ਨਾ ਚਾਈ। ਹੁਣ ਕੀੜੀ ਆਪਦੀ ਖੁੱਡ ਦੇ ਵਿੱਚੋਂ ਇੱਕ ਵਿਸ਼ਵਾਸ ਨਾਲ, ਭਰੋਸੇ ਨਾਲ ਆਉਂਦੀ ਹੈ ਕਿ ਜੋ ਮਿਲਿਆ ਮੈਨੂੰ, ਮੈਂ ਆਪਦੀ ਪੇਟ ਦੀ ਜਿਹੜੀ ਭੁੱਖ ਹੈ ਉਹ ਬੁਝਾਉਣੀ ਹੈ। ਤੇ ਖਾਂਦੇ ਖਾਂਦੇ ਜੋ ਕੁਝ ਉਸਦੇ ਕੋਲ ਬਚ ਜਾਂਦਾ ਹੈ, ਇਉਂ ਨਹੀਂ ਕਿ ਉਸਨੂੰ ਉਹ ਪੰਡ ਬੰਨ ਲੈਂਦੀ ਹੈ। ਬਾਹਰ ਤੋਂ ਫਿਰ ਜੋ ਕੁਝ ਲੱਭਿਆ ਫਿਰ ਖੁੱਡ ਵਿੱਚ ਲੈ ਆਵੇ, ਆਪਸ ਦੇ ਇਤਬਾਰ ਦੇ ਉੱਤੇ ਲੱਭਤ ਧਰ ਤੁਰ ਜਾਵੇ। ਜੋ ਕੁਝ ਵੀ ਉਹਨੂੰ ਬਾਹਰੋਂ ਲੱਭਦਾ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਮਿਲ ਕੇ ਖੁੱਡ ਦੇ ਵਿੱਚ ਕਿਸੇ ਹੋਰ ਮਾੜੇ ਸਮੇਂ ਦੇ ਲਈ ਲੈ ਕੇ ਜਾਵੇ। ਉਹਨਾਂ ਨੂੰ ਇੱਕ ਦੂਸਰੇ ਤੇ ਇਤਬਾਰ ਹੈ, ਵਿਸ਼ਵਾਸ ਹੈ। ਜਿਹੜੀ ਚੀਜ਼ ਲੱਭਦੀ ਹੈ ਵਿਸ਼ਵਾਸ ਨਾਲ ਇੱਕ ਦੂਸਰੇ ਨੂੰ ਉਹ ਦੇ ਕੇ, ਇੱਕ ਦੂਸਰੇ ਕੋਲ ਛੱਡ ਕੇ ਫਿਰ ਤੋਂ ਮੁੜ ਜਾਂਦੀਆਂ ਨੇ। ਕਦੇ ਕਦਾਈ ਆਉਂਦੇ ਜਾਂਦੇ ਮੁਖ ਨਾਲ ਮੁਖ ਚੁਹਾਵਣ, ਇਉਂ ਲੱਗਦਾ ਹੈ ਜਿਉਂ ਇੱਕ ਦੂਜੀ ਨੂੰ ਗੱਲੋਂ ਕੋਈ ਪੁਚਾਵਣ। ਕਈ ਵਾਰ ਅਸੀਂ ਦੇਖਦੇ ਹਾਂ ਕਿ ਕੀੜੀਆਂ ਜਿਹੜੀਆਂ ਉਹ ਇੱਕ ਦੂਸਰੇ ਦੇ ਨੇੜੇ ਆਪਣਾ ਚਿਹਰਾ ਕਰਦੀਆਂ ਨੇ ਤੇ ਫਿਰ ਤੁਰ ਪੈਂਦੀਆਂ ਨੇ। ਇਉਂ ਉਹਨਾਂ ਨੂੰ ਕਰਦਿਆਂ ਦੇਖ ਕੇ ਇਉਂ ਲੱਗਦਾ ਹੈ ਜਿਵੇਂ ਇੱਕ ਦੂਸਰੀ ਤੱਕ ਉਹ ਆਪਣੀ ਕੋਈ ਗੱਲ ਹੈ ਜਿਹੜੀ, ਕੋਈ ਸੁਨੇਹਾ ਉਹ ਪਹੁੰਚਾ ਰਹੀਆਂ ਹੋਣ। ਜਦ ਮਿੱਠੀਆਂ ਖੁਸ਼ਬੂਆਂ ਭਰੀਆਂ ਸ਼ਹਿਆਂ ਕਿਧਰੇ ਮਹਿਕਣ, ਕੀੜੀਆਂ ਉੱਥੇ ਸੰਗ ਸਹੇਲੀਆਂ ਕਲੀਆਂ ਵਾਂਗੂ ਟਹਿਕਣ। ਜਦੋਂ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਖੁਸ਼ਬੂ ਆਉਂਦੀ ਹੈ, ਕਿਸੇ ਖਾਣ ਵਾਲੀ ਚੀਜ਼ ਦੀ, ਤਾਂ ਉੱਥੇ ਆਪਣੀਆਂ ਸਹੇਲੀਆਂ ਦੇ ਨਾਲ ਸਾਰਾ ਦਲ ਹੈ ਜਿਹੜਾ ਇਕੱਠਾ ਹੋ ਜਾਂਦਾ, ਤਾਂ ਉਸ ਚੀਜ਼ ਦੇ ਆਲੇ ਦੁਆਲੇ ਟਹਿਕਣ ਲੱਗ ਪੈਂਦੀਆਂ ਨੇ। ਉਹ ਏਡਾ ਪਿਆਰ ਨਾ ਦਿਸਿਆ ਕਿਧਰੇ, ਮਹਿਕਾਂ ਦੂਰ ਖਲੇਰੇ, ਦੇਸ ਪਿਆਰ ਦਾ ਕਿਹਾ ਅਜੂਬਾ, ਵੰਡੇ ਖੁਸ਼ੀ ਛਫੇਰੇ। ਤਾਂ ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਇਸ ਤਰ੍ਹਾਂ ਦਾ ਪਿਆਰ ਹੋਰ ਕਿਸੇ ਵੀ ਪਾਸੇ ਕਿਧਰੇ ਵੀ ਜੀਵਾਂ ਦੇ ਵਿੱਚ ਨਹੀਂ ਮਿਲਦਾ, ਜਿਹੜਾ ਦੂਰ ਦੂਰ ਤੱਕ ਆਪਣੀਆਂ ਮਹਿਕਾਂ ਖਿਲਾਰੇ। ਅਸਲ ਦੇ ਵਿੱਚ ਇਹਨਾਂ ਤੋਂ ਦੇਸ਼ ਪਿਆਰ ਦੀ ਪ੍ਰੇਰਨਾ ਮਿਲਦੀ ਹੈ। ਕਿਸ ਤਰ੍ਹਾਂ ਦੀਆਂ ਅਨੋਖਾ ਜੀਵ ਹੈ ਇਹ, ਕਿਸ ਤਰ੍ਹਾਂ ਦੀਆਂ ਅਨੋਖੀਆਂ ਕੀੜੀਆਂ ਨੇ ਜਿਹੜੀਆਂ ਚਾਰੇ ਪਾਸੇ ਖੁਸ਼ੀਆਂ ਨੇ ਤੇ ਇਹ ਅਜਿਹਾ ਏਕਤਾ ਦਾ ਸੰਦੇਸ਼ ਦਿੰਦੀਆਂ ਨੇ। ਆਓ ਰਲ ਕੇ ਕੀੜੀ ਵਾਂਗੂ ਰੁੱਝੀਏ ਪਿਆਰ ਵੰਡਾਈਏ, ਸਿਦਕ ਲਗਨ ਸੰਗ ਮਿਹਨਤ ਕਰੀਏ, ਜਗ ਸੁਰਜੀਤ ਬਣਾਈਏ। ਤਾਂ ਕਵੀ ਆਪਾਂ ਨੂੰ ਕਹਿੰਦਾ ਹੈ ਕਿ ਆਓ ਆਪਾਂ ਵੀ ਇਹਨਾਂ ਕੀੜੀਆਂ ਤੋਂ ਕੁਝ ਸਿੱਖੀਏ, ਇਹਨਾਂ ਵਾਂਗੂ ਹਮੇਸ਼ਾ ਆਪਣੇ ਕੰਮਕਾਰ ਦੇ ਵਿੱਚ ਰੁੱਝੇ ਰਹੀਏ, ਇੱਕ ਦੂਸਰੇ ਦੇ ਨਾਲ ਪਿਆਰ ਕਰੀਏ, ਲੜਾਈ ਝਗੜੇ ਛੱਡੀਏ, ਮਿਹਨਤ ਦੇ ਨਾਲ ਲਗਨ ਦੇ ਨਾਲ ਕੰਮ ਕਰਦੇ ਰਹੀਏ ਤੇ ਸਾਰੇ ਜੱਗ ਨੂੰ ਬਹੁਤ ਸੋਹਣਾ ਬਣਾਈਏ, ਰਹਿਣ ਯੋਗ ਬਣਾਈਏ। ਇਹ ਬੇਟਾ ਇਸ ਕਵਿਤਾ ਦੇ ਭਾਵ ਅਰਥ ਸੀਗੇ ਕਿ ਇਸ ਕਵਿਤਾ ਦੇ ਵਿੱਚ ਕਵੀ ਹੈ ਜਿਹੜਾ ਉਹ ਕੀੜੀ ਬਾਰੇ ਕੀ ਕਹਿੰਦਾ ਹੈ ਤੇ ਕੀੜੀ ਰਾਹੀਂ ਸਾਨੂੰ ਕੀ ਪ੍ਰੇਰਨਾ ਜਾਂ ਸੰਦੇਸ਼ ਦਿੰਦਾ। ਅੱਗੇ ਇਸ ਪਾਠ ਦਾ ਅਭਿਆਸ ਹੈ। ਉਹਦੇ ਵਿੱਚ ਪਹਿਲਾ ਪ੍ਰਸ਼ਨ ਹੈ ਊੜਾ, ਕੀੜੀ ਕਿਹੋ ਜਿਹੀ ਦਿਸਦੀ ਹੈ। ਤਾਂ ਕੀੜੀ ਹੈ ਜਿਹੜੀ ਉਹ ਨਿੱਕੀ ਜਿਹੀ ਦਿਸਦੀ ਹੈ। ਆੜਾ, ਕੀੜੀ ਦੇ ਕੰਮ ਤੇ ਉਸ ਦੀ ਲਗਨ ਕਿਹੋ ਜਿਹੀ ਹੈ। ਤਾਂ ਕੀੜੀ ਦੇ ਕੰਮ ਬਹੁਤ ਵੱਡੇ ਹੈ ਤੇ ਉਸ ਦੀ ਲਗਨ ਹੈ ਜਿਹੜੀ ਉਹ ਵੀ ਬਹੁਤ ਵੱਡੀ ਹੈ। ਈੜੀ, ਕੀੜੀਆਂ ਦਾ ਦਲ ਰਲ ਮਿਲ ਕੇ ਕਿਸ ਤਰ੍ਹਾਂ ਰਹਿੰਦਾ ਹੈ। ਤਾਂ ਕੀੜੀਆਂ ਦਾ ਦਲ ਰਲ ਮਿਲ ਕੇ ਇੱਕ ਜਥੇਬੰਦੀ ਬਣਾ ਕੇ ਰਹਿੰਦਾ ਹੈ। ਸੱਸਾ ਹੈ, ਕੀੜੀਆਂ ਗੱਲਾਂ ਕਿਵੇਂ ਕਰਦੀਆਂ ਹਨ। ਕੀੜੀਆਂ ਇੱਕ ਦੂਸਰੇ ਦੇ ਨੇੜੇ ਆਪਣਾ ਚਿਹਰਾ ਲਿਜਾ ਕੇ ਗੱਲਾਂ ਕਰਦੀਆਂ ਹਨ। ਹਾ ਹੈ, ਕੀੜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਤਾਂ ਕੀੜੀ ਤੋਂ ਸਾਨੂੰ ਹਮੇਸ਼ਾ ਰੁੱਝੇ ਰਹਿਣ ਦੀ ਤੇ ਚਾਰੇ ਪਾਸੇ ਪਿਆਰ ਵੰਡਣ ਦੀ ਸਿੱਖਿਆ ਮਿਲਦੀ ਹੈ।
ਕੀੜੀਆਂ ਆਪਸ ਵਿੱਚ ਕਿਵੇਂ ਰਹਿੰਦੀਆਂ ਹਨ? ਕੀੜੀਆਂ ਆਪਸ ਵਿੱਚ ਮਿਲ ਜੁਲ ਕੇ ਰਹਿੰਦੀਆਂ ਹਨ। ਖੱਖਾ ਪ੍ਰਸ਼ਨ ਹੈ, ਕਵੀ ਨੇ ਇਸ ਕਵਿਤਾ ਵਿੱਚ ਕੀ ਸੰਦੇਸ਼ ਦਿੱਤਾ ਹੈ? ਤਾਂ ਕਵੀ ਨੇ ਇਸ ਕਵਿਤਾ ਵਿੱਚ ਸਾਨੂੰ ਸੰਦੇਸ਼ ਦਿੱਤਾ ਹੈ ਕਿ ਆਪਾਂ ਵੀ ਕੀੜੀਆਂ ਦੀ ਤਰ੍ਹਾਂ ਹਮੇਸ਼ਾ ਮਿਹਨਤ ਕਰਦੇ ਰਹੀਏ ਤੇ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਰਹੀਏ। ਦੂਸਰਾ ਪ੍ਰਸ਼ਨ ਹੈ ਬੇਟਾ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕੁਝ ਸ਼ਬਦ ਨੇ, ਆਪਾਂ ਇਹਨਾਂ ਦੇ ਵਾਕ ਬਣਾਉਣੇ ਆ। ਸਭ ਤੋਂ ਪਹਿਲਾ ਸ਼ਬਦ ਹੈ ਤਨ। ਤੁਸੀਂ ਇਹਦਾ ਵਾਕ ਬਣਾ ਸਕਦੇ ਹੋ ਕਿ ਕੀੜੀ ਦਾ ਤਨ ਬਹੁਤ ਛੋਟਾ ਜਿਹਾ ਹੁੰਦਾ ਹੈ। ਜੀਵਨ, ਪਰਮਾਤਮਾ ਨੇ ਇਸ ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਜੀਵਨ ਬਖਸ਼ਿਆ ਹੈ। ਧਰਤੀ ਵੀ ਇਹੀ ਵਾਕ ਬਣ ਸਕਦਾ ਹੈ। ਕਰਾਰਾ, ਮੈਨੂੰ ਕਰਾਰਾ ਭੋਜਨ ਪਸੰਦ ਹੈ। ਭਰੋਸਾ, ਸਾਨੂੰ ਇੱਕ ਦੂਸਰੇ ਤੇ ਭਰੋਸਾ ਕਰਨਾ ਚਾਹੀਦਾ ਹੈ। ਇਹ ਬੇਟਾ ਵਾਕ ਤੁਸੀਂ ਆਪਣੇ ਕੋਲੋਂ ਕੋਈ ਵੀ ਬਣਾ ਸਕਦੇ ਹੋ, ਪਰ ਇਹ ਸ਼ਬਦ ਉਸ ਵਾਕ ਦੇ ਵਿੱਚ ਆਉਣੇ ਚਾਹੀਦੇ ਆ। ਤੀਸਰਾ ਹੈ ਔਖੇ ਸ਼ਬਦਾਂ ਦੇ ਅਰਥ। ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਆਪਾਂ ਕਵਿਤਾ ਪੜ੍ਹਨ ਤੋਂ ਇੱਕ ਵਾਰ ਪਹਿਲਾਂ ਵੀ ਪੜ੍ਹਨੇ ਆ ਤੇ ਬਾਅਦ ਦੇ ਵਿੱਚ ਵੀ ਪੜ੍ਹਨੇ ਆ। ਚੌਥਾ ਹੈ, ਇਸ ਕਵਿਤਾ ਵਿੱਚ ਇੱਕੋ ਲੈ ਵਾਲੇ ਹੋਰ ਸ਼ਬਦ ਲਿਖੋ ਜਿਵੇਂ ਉਦਾਹਰਨ ਵਿੱਚ ਦੱਸਿਆ ਗਿਆ ਹੈ। ਇੱਕੋ ਲੈ ਵਾਲੇ ਯਾਨੀ ਕਿ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ। ਉਹਨੇ ਉਦਾਹਰਨ ਦਿੱਤੀ ਹੈ ਮਹਿਕਣ ਟਹਿਕਣ। ਤਾਂ ਇਸ ਤਰ੍ਹਾਂ ਦੇ ਸਾਰੀ ਕਵਿਤਾ ਦੇ ਵਿੱਚ ਅਸੀਂ ਹੋਰ ਸ਼ਬਦ ਹੈ ਜਿਹੜੇ ਉਹ ਲੱਭਣੇ ਆ, ਜਿਵੇਂ ਪਹਿਲੀਆਂ ਦੋ ਲਾਈਨਾਂ 'ਚ ਹੀ ਹੈ ਅਖੀਰ ਤੇ ਦੁਰਕਾਰੋ ਸਤਕਾਰੋ। ਤਾਂ ਬਾਕੀ ਦੇ ਤੁਸੀਂ ਆਪਣੇ ਆਪ ਲੱਭ ਲੈਣੇ ਆ। ਪੰਜਵਾਂ ਪ੍ਰਸ਼ਨ ਹੈ ਵਿਸ਼ੇਸ਼ਣ। ਇਹ ਵਿਆਕਰਨ ਦਾ ਪ੍ਰਸ਼ਨ ਹੈ, ਤਾਂ ਇਹਦੇ ਲਈ ਪਹਿਲਾਂ ਆਪਾਂ ਵਿਸ਼ੇਸ਼ਣ ਪੜਾਂਗੇ, ਸਮਝਾਂਗੇ, ਉਸ ਤੋਂ ਬਾਅਦ ਇਹ ਆਪਣੀ ਕਾਪੀ ਦੇ ਵਿੱਚ ਹੱਲ ਕਰਾਂਗੇ।